ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀਆ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਕਹਾਣੀ ਜੇਬ ਕਤਰੇ। ਉਹ ਤੁਰਿਆ ਜਾ ਰਿਹਾ ਸੀ, ਦਿਲ ਦਿਮਾਗ ਦੇ ਹਨੇਰੇ ਵਿੱਚ ਗਵਾਚਾ ਸੋਚਾਂ ਵਿੱਚ ਗੁੰਮਸੁੰਮ, ਲੱਤਾਂ ਜਿਵੇਂ ਧੜ ਨਾਲ ਰੁੱਸ ਪਈਆਂ ਹੋਣ। ਉਹ ਤੁਰਨਾ ਨਹੀਂ ਸੀ ਚਾਹੁੰਦਾ, ਬਿਲਕੁਲ ਇੰਜ ਜਿਵੇਂ ਕਿ ਉਹ ਜਿਉਣਾ ਵੀ ਨਹੀਂ ਸੀ ਚਾਹੁੰਦਾ। ਪਰ ਕਿਉਂਕਿ ਉਹ ਨਾ ਚਾਹੁੰਦਿਆਂ ਹੋਇਆਂ ਵੀ ਜਿਉਂ ਰਿਹਾ ਸੀ, ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਤੁਰਿਆ ਜਾ ਰਿਹਾ ਸੀ। ਘਸੀਟ ਦੇ ਕਦਮ, ਜ਼ਿੰਦਗੀ ਦਾ ਹਰ ਦਿਨ ਉਸ ਨੂੰ ਨਵਾਂ ਘਸੀਟ ਦਾ ਲੜਖੜਾਉਂਦਾ ਕਦਮ ਲੱਗਾ। ਤੇ ਕਿੰਨੇ ਲੋਕ ਉਸ ਵਾਂਗ ਅਜਿਹਾ ਜੀਵਨ ਬਤੀਤ ਕਰ ਰਹੇ ਸਨ, ਜਿਹੜੇ ਹਰ ਨਵੇਂ ਦਿਨ ਦੇ ਰੱਥ ਉੱਤੇ ਆਪਣੀ ਮਰੀ ਹੋਈ ਜ਼ਿੰਦਗੀ ਦਾ ਕੋਈ ਨਾ ਕੋਈ ਅੰਗ ਧਰ ਕੇ ਹਨੇਰਿਆਂ ਦੀ ਵਾਦੀ ਵੱਲ ਤੁਰ ਰਹੇ ਸਨ। ਉਹ ਜਿਸ ਕਵੀ ਦੋਸਤ ਕੋਲ ਮਦਦ ਲੈਣ ਜਾ ਰਿਹਾ ਸੀ, ਉਸ ਦੀ ਆਰਥਿਕ ਹਾਲਤ ਬਾਰੇ ਸੋਚ ਕੇ ਉਸ ਆਪਣੇ ਆਪ ਨੂੰ ਝਾੜ ਪਾਈ। ਉਹ ਵਿਚਾਰਾ ਕਵੀ ਉਸ ਦੀ ਕੀ ਮਦਦ ਕਰ ਸਕਦਾ ਸੀ, ਜਿਹੜਾ ਕਈ ਮਹੀਨਿਆਂ ਤੋਂ ਨਜ਼ਰ ਦੀ ਨਵੀਂ ਐਨਕ ਨਹੀਂ ਸੀ ਖਰੀਦ ਸਕਿਆ। ਪਰ ਉਸ ਦੀ ਆਪਣੀ ਪਤਨੀ ਉਸ ਨੂੰ ਰਾਤ ਦਾ ਸੌਣ ਨਹੀਂ ਸੀ ਦੇ ਰਹੀ। ਕਹਿੰਦੀ ਸੀ 5 ਰੁਪਏ ਘਰ ਹਨ ਤੇ ਕੁਝ ਰੁਪਏ ਹੋਰ ਫੜ ਕੇ ਉਸ ਦੇ ਨਹੀਂ, ਸਗੋਂ ਛੋਟੇ ਬੱਚਿਆਂ ਦੇ ਪਾਟੇ ਕੱਪੜੇ ਬਣਵਾ ਲਏ ਜਾਣ, ਕਿਉਂਕਿ ਉਹ ਅਗਲੇਰੇ ਭਲਕ ਆਪਣੇ ਪੇਕੇ ਵਿਆਹ ਤੇ ਜਾਣਾ ਚਾਹੁੰਦੀ ਸੀ। ਕਈ ਸਾਲਾਂ ਪਿੱਛੋਂ ਉਹ ਪੇਕੇ ਜਾਣ ਲਈ ਤਿਆਰ ਹੋਈ ਸੀ। ਜਦੋਂ ਦਾ ਉਹਨਾਂ ਦੋਹਾਂ ਘਰਦਿਆਂ ਤੋਂ ਬਾਗੀ ਹੋ ਕੇ ਪ੍ਰੇਮ ਵਿਆਹ ਕੀਤਾ ਸੀ, ਉਦੋਂ ਤੋਂ ਉਸ ਦੀ ਪਤਨੀ ਦੇ ਮਾਪੇ ਉਹਨਾਂ ਨਾਲ ਵਰਤਨੋਂ ਹਟ ਗਏ ਸਨ। ਪਰ 7-8 ਸਾਲ ਪਿੱਛੋਂ ਹੁਣ ਜਦ ਉਸ ਦੀ ਪਤਨੀ ਦੇ ਛੋਟੇ ਭਰਾ ਦਾ ਵਿਆਹ ਹੋ ਰਿਹਾ ਸੀ, ਤਾਂ ਉਹਦੀ ਪਤਨੀ ਦੀ ਮਾਂ ਉਚੇਚੀ ਉਹਨਾਂ ਕੋਲ ਆਈ ਸੀ। ਧੀ ਅਤੇ ਮਾਂ ਕਿੰਨਾ ਚਿਰ ਮਿਲ ਕੇ ਰੋਂਦੀਆਂ ਰਹੀਆਂ ਸਨ। ਮਾਪਿਆਂ ਤੋਂ ਆਂਦਰ ਤੋੜ ਕੇ ਸੁੱਟੀ ਹੋਈ ਜਰੀ ਨਹੀਂ ਸੀ ਗਈ ਤੇ ਉਹ ਦੋਹਾਂ ਜੀਆਂ ਨੂੰ ਬੱਚਿਆਂ ਸਮੇਤ ਵਿਆਹ ਉੱਤੇ ਆਉਣ ਦੀ ਪੱਕੀ ਕਰਕੇ ਗਈ ਸੀ। ਅਗਲੇਰੇ ਭਲਕ ਵਿਆਹ ਸੀ, ਪਰ ਘਰ ਤਾਂ ਕਦੀ 2 ਵੇਲੇ ਦੀ ਰੋਟੀ ਵੀ ਨਹੀਂ ਸੀ ਚੰਗੀ ਤਰ੍ਹਾਂ ਬਣੀ ਤੇ ਵਿਆਹ ਜਾਣ ਲਈ ਉਹਨਾਂ ਕੋਲ ਪੈਸੇ ਚਾਹੀਦੇ ਸਨ। ਅਜੀਬ ਸਮੱਸਿਆ ਸੀ, ਪੈਸੇ ਦੀ ਸਮੱਸਿਆ, ਰੋਟੀ ਦੀ ਸਮੱਸਿਆ, ਤੇ ਇਹਨਾਂ ਸਮੱਸਿਆਵਾਂ ਨੇ ਉਹਨਾਂ ਦੀ ਜ਼ਿੰਦਗੀ ਮੱਸਿਆ ਦੀ ਰਾਤ ਬਣਾ ਦਿੱਤੀ ਸੀ। ਰਾਤੀ ਜਦੋਂ ਉਹ ਬਾਹਰੋਂ ਆ ਕੇ ਰੋਟੀ ਖਾ ਕੇ ਉਸੇ ਵੇਲੇ ਸੌਣ ਲਈ ਲੇਟ ਗਿਆ, ਤਾਂ ਉਸ ਦੀ ਪਤਨੀ ਉਸਦੇ ਪੁਆਂਦੀ ਆ ਬੈਠੀ। ਮੈਂ ਕਿਹਾ ਆਉਂਦੇ ਹੀ ਸੌਂ ਜਾਂਦੇ ਹੋ, ਨਾ ਕੋਈ ਦੁੱਖ ਦੀ ਨਾ ਕੋਈ ਸੁੱਖ ਦੀ। ਉਸ ਪਤੀ ਦੀ ਲੱਤ ਹਿਲਾਈ, ਉਹ ਸਿੱਧਾ ਹੋ ਕੇ ਬੈਠ ਗਿਆ। ਪਤਨੀ ਦੇ ਚਿਹਰੇ ਵੱਲ ਵੇਖ ਕੇ ਉਹ ਮੁਸਕਰਾਉਣਾ ਚਾਹੁੰਦਾ ਸੀ, ਪਰ ਕਾਸ਼ ਕੋਈ ਚਾਹੁਣ ਤੇ ਮੁਸਕਰਾ ਸਕਦਾ ਹੋਵੇ। ਵੇਖੋ ਨਾ ਕਿਵੇਂ ਵੇਖਦੇ ਪਏ ਐ। ਉਦੋਂ ਇਸ ਕੰਮ ਲਈ ਵਿਆਹ ਕਰਵਾਇਆ ਸੀ ਕਿ ਇਹਦੀ ਤੰਗੀਆਂ ਵਿੱਚ ਜ਼ਿੰਦਗੀ ਰੋਲਾਂਗਾ। ਉਹ ਐਵੇਂ ਫਿਸ ਪਈ, ਚੁੰਨੀ ਨਾਲ ਅੱਖਾਂ ਪੂੰਝਦਿਆਂ ਡੁਸਕਣ ਲੱਗੀ। ਰੋਣੀ ਕਿਉਂ ਐ? ਸਾਡੀ ਚੁੱਪ ਕੋਈ ਰੋਣ ਤੋਂ ਘੱਟ ਤਾਂ ਨਹੀਂ। ਤਾਂ ਆ ਕੇ ਆਉਂਦਿਆਂ ਹੀ ਸੌ ਜਾਂਦੇ ਹੋ। ਤੂੰ ਸ਼ੁਕਰ ਕਰ ਮੈਂ ਸੌਂ ਕੇ ਉੱਠ ਤੇ ਪੈਂਦਾ ਹਾਂ, ਕਿਤੇ ਸੁੱਤਾ ਹੀ ਨਾ ਰਹਿ ਜਾਵਾਂ। ਉਹ ਉੱਚੀ ਸਾਰੀ ਹੱਸਿਆ, ਪਰ ਉਸ ਨੂੰ ਆਪਣੇ ਹਾਸੇ ਵਿੱਚ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਹ ਕੰਬ ਗਿਆ। ਉਹਦਾ ਜੀ ਕੀਤਾ ਕਿ ਪਤਨੀ ਨੂੰ ਕਹੇ, ਵਿਆਹ ਉਹਦੀ ਜ਼ਿੰਦਗੀ ਰੋਲਣ ਲਈ ਤਾਂ ਨਹੀਂ ਸੀ ਕੀਤਾ, 2 ਪਾਸੀਂ ਜ਼ਿੰਦਗੀ ਮਹਿਕਾਉਣ ਲਈ ਕੀਤਾ ਸੀ। ਪਰ ਜਦੋਂ ਚੁਫੇਰੇ ਦਾ ਨਿਜ਼ਾਮ ਕਾਲਖਾਂ ਤੇ ਚਿੱਕੜ ਦੀਆਂ ਬਦਬੂਆਂ ਨਾਲ ਭਰਿਆ ਪਿਆ ਹੋਵੇ, ਉੱਥੇ ਮਹਿਕ ਦੀ ਆਸ ਮੂਰਖਤਾ ਹੀ ਹੋ ਸਕਦੀ ਹੈ। ਅਜਿਹੀ ਮਹਿਕ ਜਿਸ ਦੀ ਉਹਨਾਂ ਆਸ ਕੀਤੀ ਸੀ। ਗੱਲ ਦਾ ਰੁਖ ਸੁਖਾਵੇਂ ਮਾਹੌਲ ਵੱਲ ਮੋੜਨ ਲਈ ਉਹ ਪਤਨੀ ਨੂੰ ਕਹਿਣ ਲੱਗਾ, ਤੂੰ ਵੀ ਤਾਂ ਹੁਣ ਉਹ ਪ੍ਰੇਮਿਕਾ ਨਹੀਂ ਰਹੀ। ਉਸਨੇ ਉਹਨੂੰ ਖਿੱਚ ਕੇ ਨਾਲ ਲਾਇਆ ਅਤੇ ਉਸ ਦੀਆਂ ਵੱਖੀਆਂ ਕੁਤਕਤਾਈਆਂ। ਕਿਉਂ? ਵਿਆਹ ਤੋਂ ਪਹਿਲਾਂ ਜਦੋਂ ਤੂੰ ਮੈਨੂੰ ਮਿਲਣ ਮੇਰੇ ਕਮਰੇ ਵਿੱਚ ਆਉਣਾ, ਮੈਂ ਤੇਰੇ ਖਾਣ ਪੀਣ ਲਈ ਪ੍ਰਬੰਧ ਕਰਨ ਲਈ ਉੱਠਣਾ, ਤਾਂ ਤੂੰ ਕਹਿਣਾ ਅੱਗ ਲਾਵੋ ਖਾਣ ਪੀਣ ਨੂੰ, ਘੜੀ ਬੈਠੋ ਪਿਆਰ ਦੀਆਂ 2 ਗੱਲਾਂ ਕਰੋ। ਖਾਣ ਪੀਣ ਵੀ ਕੋਈ ਚੀਜ਼ ਹੁੰਦੀ ਹੈ ਤੁਹਾਡੇ ਹੁੰਦਿਆਂ। ਪਰ ਹੁਣ ਤੂੰ ਕਦੀ ਨਹੀਂ ਕਿਹਾ ਕਿ ਮੇਰੇ ਕੋਲ ਬੈਠੋ ਤੇ ਇਹ ਭੁੱਲ ਜਾਵੋ ਕਿ ਘਰ ਵਿੱਚ ਆਟਾ ਮੁੱਕਿਆ ਹੋਇਆ ਹੈ, ਕਿ ਛੋਟੀ ਕੁੜੀ ਦੀ ਵਰਦੀ ਨਾ ਬਣਾ ਦਿਓ ਜਿਸ ਨੂੰ ਅਧਿਆਪਕਾ ਹਰ ਰੋਜ਼ ਕੁੱਟਦੀ ਹੈ, ਕਿ ਮਕਾਨ ਦਾ ਕਿਰਾਇਆ ਦੇਣ ਲਈ, ਹਟਵਾਣੀਏ ਦਾ ਬਿੱਲ ਉਤਾਰਨ ਲਈ ਪੈਸੇ ਦਾ ਪ੍ਰਬੰਧ ਕਰਨ ਨਾ ਜਾਵੋ। ਉਹ ਮੁਸਕਰਾਉਂਦਾ ਹੋਇਆ ਕਹਿੰਦਾ ਗਿਆ, ਬਸ ਕਰੋ, ਵੇਖੋ ਨਾ ਗੱਲਾਂ ਬੜੀਆਂ ਆਉਂਦੀਆਂ ਨੇ, ਤੁਹਾਡੀਆਂ ਇਹੋ ਗੱਲਾਂ ਹੀ ਮੈਨੂੰ ਲੈ ਬੈਠੀਆਂ। ਉਸ ਪਤੀ ਦੀ ਗੋਦ ਵਿੱਚ ਸਿਰ ਸੁੱਟ ਦਿੱਤਾ।
ਪਤੀ ਦੀਆਂ ਗੱਲਾਂ ਸੁਣ ਕੇ ਉਹ ਨਿਰੁੱਤਰ ਹੋ ਗਈ, ਪਰ ਉਸਦੇ ਧੁਰ ਅੰਦਰ ਇੱਕ ਉੱਤਰ ਕਰਵਟ ਲੈ ਰਿਹਾ ਸੀ। ਰੋਟੀ ਤੋਂ ਬਿਨਾਂ ਪਿਆਰ, ਇੱਕ ਤੜਪ ਦੀ ਕਲਪਨਾ। ਤੇ ਫਿਰ ਉਹ ਵਿਆਹ ਜਾਣ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸੋਚਣ ਲੱਗੇ। ਕਿਸੇ ਤੋਂ ਮਦਦ ਦੀ ਆਸ ਮੁਸ਼ਕਲ ਸੀ। ਮਦਦ ਕਰਨ ਵਾਲੇ ਸਾਥੀ ਵੀ ਤਾਂ ਉਹਨਾਂ ਵਾਂਗ ਹੀ ਸਨ ਅਤੇ ਅੰਤ ਉਸਦੀ ਪਤਨੀ ਨੇ ਕਿਹਾ ਸੀ ਕਿ ਉਹ ਆਪਣੇ ਕਵੀ ਦੋਸਤ ਵੱਲ ਜਾਵੇ। ਉਹ ਜ਼ਰੂਰ ਉਹਨਾਂ ਦੀ ਮਦਦ ਕਰੇਗਾ। ਗਰੀਬ ਸੀ ਤਾਂ ਕੀ ਹੋਇਆ, ਉਹਦੇ ਦਿਲ ਵਿੱਚ ਮੁਹੱਬਤ ਦਾ ਇੱਕ ਖਜ਼ਾਨਾ ਸੀ। ਜਿਵੇਂ ਵੀ ਹੋ ਸਕਿਆ ਉਹ ਉਹਨਾਂ ਦੀ ਮਦਦ ਕਰੇਗਾ। ਅੱਗੇ ਕਈ ਵਾਰ ਉਸਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ। ਸਵੇਰੇ ਉੱਠਦਿਆਂ ਹੀ ਉਹ ਕਵੀ ਦੋਸਤ ਵੱਲ ਤੁਰ ਪਿਆ। 5 ਰੁਪਏ ਜੋ ਘਰ ਵਿੱਚ ਸਨ ਉਹ ਵੀ ਉਸਨੇ ਜੇਬ ਵਿੱਚ ਪਾ ਲਏ। ਉਹਦਾ ਵਿਚਾਰ ਸੀ ਕਿ ਜੇ ਉਧਰੋਂ ਕੋਈ ਪੈਸਾ ਮਿਲ ਜਾਵੇਗਾ ਤਾਂ ਉਹ ਕੱਪੜਾ ਖਰੀਦ ਹੀ ਲਿਆਵੇਗਾ। ਤੇ ਹੁਣ ਉਹ ਤੁਰਿਆ ਜਾ ਰਿਹਾ ਸੀ। ਕਵੀ ਦੋਸਤ ਨੂੰ ਉਹ ਕਈ ਦਿਨਾਂ ਤੋਂ ਨਹੀਂ ਸੀ ਮਿਲਿਆ। ਅੱਜ ਉਹ ਉਸ ਵੱਲ ਜਾਂਦਾ ਉਹਦੇ ਬਾਰੇ ਸੋਚ ਰਿਹਾ ਸੀ। ਹੁਣ ਉਸਦੇ ਦੋਸਤ ਦੀ ਕਵਿਤਾ ਦਾ ਰੰਗ ਡਾਢਾ ਬਦਲ ਗਿਆ ਸੀ ਤੇ ਇਸ ਤਬਦੀਲੀ ਬਾਰੇ ਸੋਚਦਿਆਂ ਉਸਨੂੰ ਚੇਤਾ ਆਇਆ, ਕੁਝ ਸਾਲ ਪਹਿਲਾਂ ਉਸਦਾ ਦੋਸਤ ਰੇਡੀਓ ਤੇ ਕਵਿਤਾ ਬੋਲਦਾ ਹੁੰਦਾ ਸੀ, ਜਿਨ੍ਹਾਂ ਵਿੱਚ ਦੇਸ਼ ਦੀਆਂ ਵਗਦੀਆਂ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਦੀਆਂ ਗੱਲਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਖਿੜੀਆਂ ਗੁਲਜ਼ਾਰਾਂ ਦੀ ਗੱਲ ਹੁੰਦੀ ਸੀ। ਪਰ ਕਵਿਤਾ ਵਿੱਚ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਾਉਣ ਵਾਲੇ ਕਵੀ ਦੀਆਂ ਆਪਣੀਆਂ ਨਾੜਾਂ ਵਿੱਚੋਂ ਲਹੂ ਸੁੱਕਦਾ ਜਾ ਰਿਹਾ ਸੀ। ਦੇਸ਼ ਵਿੱਚ ਖਿੜੀਆਂ ਬਹਾਰਾਂ ਤੇ ਗੁਲਜ਼ਾਰਾਂ ਦੀਆਂ ਬਾਤਾਂ ਪਾਉਣ ਵਾਲੇ ਕਵੀ ਦੇ ਚਿਹਰੇ ਤੋਂ ਬਹਾਰਾਂ ਪਤਾ ਨਹੀਂ ਕਿੱਧਰ ਪਰ ਲਾ ਕੇ ਉੱਡ ਗਈਆਂ ਸਨ। ਦੇਸ਼ ਦੇ ਕੋਨੇ-ਕੋਨੇ ਵਿੱਚ ਪਸਰ ਰਹੇ ਚਾਨਣ ਬਾਰੇ ਦੱਸਣ ਵਾਲੇ ਦੀਆਂ ਆਪਣੀਆਂ ਉਦਾਸ ਅੱਖਾਂ ਦਾ ਚਾਨਣ ਗਵਾਚਦਾ ਜਾ ਰਿਹਾ ਸੀ। ਤੇ ਅੰਤ ਉਸ ਕਵੀ ਨੇ ਨਾੜਾਂ ਵਿੱਚੋਂ ਸੁੱਕਦੇ ਜਾਂਦੇ ਲਹੂ ਦੀਆਂ ਚੀਕਾਂ, ਚਿਹਰੇ ਦੀ ਕਾਲਖ ਵਿੱਚ ਸੜ ਰਹੀਆਂ ਬਹਾਰਾਂ ਦੇ ਤਰਲੇ, ਅੱਖਾਂ ਵਿੱਚ ਉਦਾਸ ਹਨੇਰੇ ਦੀਆਂ ਬੰਗਾਰਾਂ ਸੁਣ ਲਈਆਂ ਸਨ ਤੇ ਉਸ ਰੇਡੀਓ ਲਈ ਕਵਿਤਾ ਲਿਖਣੀ ਬੰਦ ਕਰ ਦਿੱਤੀ ਸੀ। ਇਹੋ ਜਿਹੀਆਂ ਸਭ ਕਵਿਤਾਵਾਂ ਉਸ ਸਾੜ ਦਿੱਤੀਆਂ ਸਨ ਤੇ ਹੁਣ ਉਸ ਦੀ ਕਵਿਤਾ ਦਾ ਰੁੱਖ ਬਦਲ ਗਿਆ ਸੀ। ਜਦ ਉਹ ਕਵੀ ਦੋਸਤ ਦੇ ਘਰ ਕੋਲ ਪਹੁੰਚਿਆ ਤਾਂ ਘਰ ਦੇ ਕੋਲ ਲੋਕਾਂ ਦੀ ਭੀੜ ਵੇਖ ਕੇ ਉਸ ਦੇ ਮਨ ਵਿੱਚ ਅਜੀਬ ਵਿਚਾਰਾਂ ਦੀ ਭੀੜ ਇਕੱਠੀ ਹੋ ਗਈ। ਸਾਹਮਣੇ ਲਾਲ ਪਗੜੀਆਂ ਵਾਲੇ ਸਿਪਾਹੀ ਵੇਖ ਕੇ ਉਸ ਦੇ ਦੰਦ ਜੁੜ ਗਏ। ਪੁਲਿਸ ਘਰ ਦੀ ਤਲਾਸ਼ੀ ਲੈ ਰਹੀ ਸੀ। ਕਵੀ ਦੀਆਂ ਪੁਸਤਕਾਂ, ਕਾਗਜ਼ ਫਰੋਲੇ ਜਾ ਰਹੇ ਸਨ। ਇੱਕ ਪਾਸੇ ਕਵੀ ਨੂੰ ਹੱਥਕੜੀ ਲਾਈ ਇੱਕ ਸਿਪਾਹੀ ਖੜੋਤਾ ਸੀ। ਉਸ ਦੇ ਵੇਖਦੇ, ਲੋਕਾਂ ਦੇ ਵੇਖਦੇ ਪੁਲਿਸ ਉਸ ਦੇ ਕਵੀ ਦੋਸਤ ਨੂੰ ਲੈ ਤੁਰੀ। ਉਹ ਜਾਣਦਾ ਸੀ ਕਵੀ ਦਾ ਦੋਸ਼ ਕੀ ਹੈ। ਕਵੀ ਦਾ ਦੋਸ਼ ਸੀ ਕਿ ਉਹ ਰੋਟੀ ਦੀਆਂ ਗੱਲਾਂ ਕਰਨ ਲੱਗ ਪਿਆ ਸੀ, ਭੁੱਖਿਆਂ ਦੀਆਂ ਕਵਿਤਾਵਾਂ ਲਿਖਣ ਲੱਗ ਪਿਆ ਸੀ। ਉਹਦਾ ਦੋਸ਼ ਸੀ ਕਿ ਉਸਨੇ ਪੀਲੇ ਝੁਰੜੇ ਸਰੀਰਾਂ ਵਿੱਚੋਂ ਲਹੂ ਪੀ ਜਾਣ ਵਾਲੇ ਡਾਕੂਆਂ ਵੱਲ ਉਂਗਲ ਹੀ ਨਹੀਂ ਸੀ ਕੀਤੀ, ਬੰਦੂਕ ਕਰਨ ਲਈ ਵੀ ਕਹਿ ਦਿੱਤਾ ਸੀ। ਤੇ ਹੱਕ ਤੇ ਬੰਦੂਕ ਦੀ ਗੱਲ, ਉਫ, ਆਜ਼ਾਦ ਸੁਖੀ ਵਸਦੇ ਦੇਸ਼ ਅੰਦਰ ਅਜਿਹੀ ਹੱਕ ਵਾਲੀ ਮੂਰਖਤਾ ਪੂਰਨ ਹਿੰਸਾਤਮਕ ਗੱਲ ਕੋਈ ਛੋਟਾ-ਮੋਟਾ ਦੋਸ਼ ਸੀ। ਉਹ ਦਿਲ ਤੇ ਪੱਥਰ ਧਰੀ ਆਪਣੇ ਕਵੀ ਦੋਸਤ ਉੱਤੇ ਲਾਏ ਗਏ ਦੋਸ਼ਾਂ ਬਾਰੇ ਸੋਚਦਾ ਵਾਪਸ ਘਰ ਨੂੰ ਮੁੜ ਪਿਆ। ਹੱਕ ਦੀ ਗੱਲ, ਰੋਟੀ ਦੀ ਗੱਲ, ਉਸਦੇ ਕਵੀ ਦੋਸਤ ਦੀ ਗੱਲ, ਹੱਕ ਦੀ ਗੱਲ, ਰੋਟੀ ਦੀ ਗੱਲ ਤਾਂ ਠੀਕ, ਪਰ ਬੰਦੂਕ ਦੀ ਗੱਲ, ਤੇ ਉਹ ਸੋਚਦਾ ਗਿਆ। ਨੀਵੀਆਂ ਨਜ਼ਰਾਂ ਕੀਤੀ ਸੋਚਦਾ ਗਿਆ ਤੇ ਜਦੋਂ ਉਸਨੇ ਨਜ਼ਰ ਉਠਾਈ ਉਸ ਦੇ ਸਾਹਮਣੇ ਜਾਣੇ ਪਛਾਣੇ ਚਿਹਰੇ ਖੜੇ ਸਨ। ਉਸ ਵੇਖਿਆ ਇੱਕ ਉਹਨਾਂ ਦੇ ਹਲਕੇ ਦਾ ਮੈਂਬਰ ਸੀ ਜਿਹੜਾ ਵਿਧਾਨ ਸਭਾ ਵਿੱਚ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਚੁਣਿਆ ਗਿਆ ਸੀ। ਚੋਣਾਂ ਸਮੇਂ ਉਸ ਦੇ ਗਲ ਹੋਰ ਦਲ ਦੀ ਵਰਦੀ ਸੀ ਤੇ ਹੁਣ ਹੋਰ ਦਲ ਦੀ, ਪਰ ਦਲ ਬਦਲਣ ਨਾਲ ਕੀ ਫਰਕ ਪੈਂਦਾ ਹੈ, ਦਿਲ ਤਾਂ ਉਹ ਹੈ ਨਾ। ਵਿਧਾਨ ਸਭਾ ਦੇ ਮੈਂਬਰ ਦੇ ਨਾਲ ਹੀ ਉਸ ਧਾਰਮਿਕ ਵਿਦਿਅਕ ਸੰਸਥਾ ਦਾ ਪ੍ਰਧਾਨ ਸੀ ਜਿਸ ਵਿੱਚ ਉਹ ਆਪ ਅਧਿਆਪਕ ਦੇ ਤੌਰ ਤੇ ਪੜ੍ਹਾ ਰਿਹਾ ਸੀ। ਜਿਸ ਪ੍ਰਧਾਨ ਨੇ ਪਹਿਲਾਂ ਉਸ ਨੂੰ ਵਾਲ ਕੱਟੇ ਹੋਣ ਕਰਕੇ ਨੌਕਰੀ ਨਹੀਂ ਸੀ ਦਿੱਤੀ, ਪਰ ਇਸ ਵਿਧਾਨ ਸਭਾ ਦੇ ਮੈਂਬਰ ਦੀ ਸਿਫਾਰਿਸ਼ ਨਾਲ ਉਸ ਦਾ ਕੰਮ ਬਣ ਗਿਆ ਸੀ। ਹੁਣ ਉਹ ਸੱਜਣ ਉਸ ਦੇ ਸਾਹਮਣੇ ਖੜੇ ਸਨ। ਉਹ ਆਜ਼ਾਦੀ ਦਿਨ ਮਨਾਉਣ ਲਈ ਉਗਰਾਹੀ ਕਰ ਰਹੇ ਸਨ। ਉਹਨਾਂ ਉਸ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਲਈ ਕਿਹਾ ਕਿਉਂਕਿ ਉਹ ਇਸ ਦਿਨ ਤੇ ਉਹਨਾਂ ਦੇ ਸ਼ਹਿਰ ਆ ਰਹੇ ਇੱਕ ਮਹਾਨ ਨੇਤਾ ਨੂੰ ਸ਼ਹਿਰੀਆਂ ਵੱਲੋਂ ਥੈਲੀ ਭੇਟ ਕਰ ਰਹੇ ਸਨ।
ਉਹਦਾ ਦਿਲ ਕੀਤਾ ਕਿ ਉਹ ਉਹਨਾਂ ਨਾਲ ਕਵੀ ਦੋਸਤ ਦੇ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਰੇ, ਉਹਨਾਂ ਨੂੰ ਕਹੇ ਕਿ ਉਹ ਉਸ ਦੀ ਸਹਾਇਤਾ ਕਰਨ, ਪਰ ਉਹ ਤਾਂ ਵੱਖੋ-ਵੱਖ ਧੁਰਾਵਾਂ ਤੇ ਖੜੇ ਸਨ। ਜਦੋਂ ਉਸਨੇ ਵੈਦਿਕ ਸੰਸਥਾ ਦੇ ਪ੍ਰਧਾਨ ਵੱਲ ਤੱਕਿਆ ਤਾਂ ਉਹ ਲਾਲ ਗਹਿਰੀਆਂ ਅੱਖਾਂ ਵਿੱਚੋਂ ਵਹਿੰਦਿਆਂ ਘਣੀਆਂ ਮੁੱਛਾਂ ਵਿੱਚੋਂ ਖੰਗੂਰਿਆ, ਕਰ ਕਰ ਜੇਬ ਢਿੱਲੀ, ਕੀ ਵੇਹਨਾ ਏ? ਉਹਦੇ ਅੰਦਰੋਂ ਉੱਠਦੀਆਂ ਆਵਾਜ਼ਾਂ ਇੱਕ ਦੂਜੀ ਨੂੰ ਕਤਲ ਕਰਨ ਵਿੱਚ ਰੁੱਝ ਗਈਆਂ ਤੇ ਇੰਨੇ ਚਿਰ ਵਿੱਚ ਉਹਦੇ ਹੱਥ ਨੇ ਜੇਬ ਵਿੱਚੋਂ ਇੱਕ 5 ਦਾ ਨੋਟ ਕੱਢ ਲਿਆ। ਉਹ 1 ਰੁਪਈਆ ਦੇਣਾ ਚਾਹੁੰਦਾ ਸੀ, ਪਰੰਤੂ ਰਸੀਦ ਬੁੱਕ ਵਾਲੇ ਨੇ 5 ਰੁਪਏ ਹੀ ਕੱਟ ਦਿੱਤੇ ਸਨ। ਲੈ, 5 ਕੋਈ ਬਹੁਤੇ ਨੇ? ਨੇਤਾ ਜਨ ਭਰੜਾਏ ਗਲੇ ਨਾਲ ਹੱਸਿਆ ਤੇ ਗੋਗੜ ਤੇ ਹੱਥ ਫੇਰਦਾ ਅੱਗੇ ਤੁਰ ਪਿਆ ਤੇ ਉਹ ਸਾਰੇ ਉਸ ਨੂੰ ਉੱਥੇ ਜ਼ਮੀਨ ਵੱਲ ਵੇਖਦਾ ਛੱਡ ਕੇ ਤੁਰ ਗਏ। ਲੱਤਾਂ ਘਸੀਟਦਾ ਉਹ ਘਰ ਪੁੱਜਾ। ਪਤਨੀ ਰਸੋਈ ਵਿੱਚ ਸਬਜ਼ੀ ਚੀਰ ਰਹੀ ਸੀ। ਉਸਨੇ ਉਹਦੇ ਵੱਲ ਨਹੀਂ ਤੱਕਿਆ, ਸਿੱਧਾ ਅੰਦਰ ਲੰਘ ਗਿਆ। ਪਤਨੀ ਵੀ ਉਸਦੇ ਪਿੱਛੇ ਪਿੱਛੇ ਹੀ ਕਮਰੇ ਅੰਦਰ ਆ ਗਈ। ਉਹ ਗੰਢੇ ਚੀਰਦੀ ਆਈ ਸੀ ਤੇ ਛੁਰੀ ਉਸਦੇ ਹੱਥ ਵਿੱਚ ਹੀ ਫੜੀ ਹੋਈ ਸੀ। ਸੁਣਾਓ, ਸਰ ਗਿਆ? ਮੈਨੂੰ ਪਤਾ ਹੈ ਉਹ ਆਪ ਭਾਵੇਂ ਕਿੰਨਾ ਗਰੀਬ ਹੈ, ਪਰ ਜਦੋਂ ਵੀ ਸਾਡਾ ਹੱਥ ਤੰਗ ਹੋਇਆ ਉਸਨੇ ਸਾਡੀ ਮਦਦ ਜ਼ਰੂਰ ਕੀਤੀ ਹੈ। ਤੇ ਫਿਰ ਉਹ ਉਤਸੁਕ ਨਜ਼ਰਾਂ ਨਾਲ ਪਤੀ ਵੱਲ ਵੇਖਣ ਲੱਗੀ। ਹਾਂ, ਸਰ ਤਾਂ ਗਿਆ ਸੀ, ਪਰ ਮੇਰੀ ਰਾਹ ਵਿੱਚ ਜੇਬ ਕੱਟੀ ਗਈ। ਉਸ ਧਾ ਮਾਰਨ ਵਾਂਗ ਅੱਧਾ ਸੱਚ ਤੇ ਅੱਧਾ ਝੂਠ ਰਲਾ ਕੇ ਕਿਹਾ। ਸ਼ੁਕਰੀਆ।